7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਆਖਦੀ ਹਾਂ। ਵਿਦਿਆਰਥੀਓ, ਪਰਮਵੀਰ ਪੰਜਾਬੀ ਵਿਆਕਰਨ ਅਤੇ ਲਿਖਣ ਕਲਾ 7 ਜਿਸ ਦਾ ਅਸੀਂ ਅੱਜ ਪਾਠ ਨੰਬਰ 31 ਕਰਨ ਜਾ ਰਹੇ ਹਾਂ, ਕਹਾਣੀ ਰਚਨਾ, ਜੋ ਕਿ ਸ਼ੁਰੂ ਹੁੰਦਾ ਹੈ ਪੰਨਾ ਨੰਬਰ 195 ਤੇ। ਸੋ ਖੋਲੋ ਪੁਸਤਕਾਂ, ਸ਼ੁਰੂ ਕਰਦੇ ਹਾਂ ਕਹਾਣੀ ਰਚਨਾ ਨੂੰ। ਕਹਾਣੀ ਨਾਮ ਸੁਣਦਿਆਂ ਹੀ ਸਾਡੇ ਮਨ ਦੇ ਵਿੱਚ ਇੱਕ ਖੇੜਾ ਆ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ। ਕਹਾਣੀ ਸੁਣਨੀ ਵੀ ਸਭ ਨੂੰ ਚੰਗੀ ਲੱਗਦੀ ਹੈ ਔਰ ਪੜ੍ਹਨੀ ਵੀ ਚੰਗੀ ਲੱਗਦੀ ਹੈ। ਕਿਉਂਕਿ ਕਹਾਣੀਆਂ ਰੋਚਕ ਹੁੰਦੀਆਂ ਨੇ, ਦਿਲਚਸਪ ਹੁੰਦੀਆਂ ਨੇ, ਮਨੋਰੰਜਨ ਦਾ ਇੱਕ ਚੰਗਾ ਸਾਧਨ ਹਨ। ਅਤੇ ਦੂਜੀ ਗੱਲ ਇਹ ਕਿ ਇਹਦੇ ਵਿੱਚੋਂ ਕੋਈ ਨਾ ਕੋਈ ਸਿੱਖਿਆ ਜ਼ਰੂਰ ਮਿਲਦੀ ਹੈ। ਸੋ ਸਾਡੇ ਮਨ ਨੂੰ ਖੁਸ਼ ਕਰ ਦਿੰਦੀਆਂ ਨੇ, ਖੇੜੇ ਵਿੱਚ ਲੈ ਆਉਂਦੀਆਂ ਨੇ, ਖੁਸ਼ ਹੋ ਜਾਂਦੇ ਹਾਂ ਅਸੀਂ। ਰੋਚਕ ਹੁੰਦੀਆਂ ਨੇ, ਦਿਲਚਸਪ ਹੁੰਦੀਆਂ ਨੇ, ਜਿਗਿਆਸਾ ਭਰਪੂਰ ਹੁੰਦੀਆਂ ਨੇ ਕਿ ਅਸੀਂ ਅੱਗੇ ਤੋਂ ਅੱਗੇ ਜਾਣਨ ਦੀ ਉਤੇਜਤਾ, ਸਾਡੀ ਜਿਹੜੀ ਉਤੇਜਨਾ ਹੈ ਉਹ ਵੱਧਦੀ ਜਾਂਦੀ ਹੈ ਕਿ ਅਸੀਂ ਜਾਣੀਏ ਇਹਦੇ ਵਿੱਚ ਅੱਗੋਂ ਕੀ ਹੋਣਾ ਹੈ, ਅੱਗੋਂ ਕੀ ਹੋਣਾ ਹੈ। ਅਤੇ ਰੋਚਕ ਹੁੰਦੀਆਂ ਨੇ, ਬਹੁਤ ਚੰਗੀਆਂ ਲੱਗਦੀਆਂ ਨੇ ਬੱਚਿਆਂ ਨੂੰ, ਵੱਡਿਆਂ ਨੂੰ ਵੀ। ਸੋ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ ਰਚਨਾ ਅਤੇ ਫਿਰ ਪੜ੍ਹਦੇ ਹਾਂ ਕਹਾਣੀ ਨੂੰ। ਪੰਨਾ ਨੰਬਰ 195 ਤੋਂ ਪਾਠ ਨੰਬਰ 31, ਕਹਾਣੀ ਰਚਨਾ। ਬੱਚਿਆਂ ਨੂੰ ਸਭ ਤੋਂ ਵਧੇਰੇ ਕਹਾਣੀਆਂ ਚੰਗੀਆਂ ਲੱਗਦੀਆਂ ਹਨ। ਉਹ ਕਹਾਣੀ ਪੜ੍ਹਨੀ ਅਤੇ ਲਿਖਣੀ ਦੋਵਾਂ ਰੂਪਾਂ ਵਿੱਚ ਪਸੰਦ ਕਰਦੇ ਹਨ। ਇਹਨਾਂ ਵਿੱਚ ਨੈਤਿਕ ਸਿੱਖਿਆ ਦਿੱਤੀ ਜਾਂਦੀ ਹੈ ਜਾਂ ਦਿੱਤੀ ਗਈ ਹੁੰਦੀ ਹੈ। ਨੈਤਿਕ ਸਿੱਖਿਆ, ਮੋਰਲ ਵੈਲਿਊਜ਼, ਜੋ ਬੱਚਿਆਂ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ। ਅਜਿਹੀ ਸਿੱਖਿਆ ਜਿਹਦੇ ਨਾਲ ਬੱਚਿਆਂ ਦੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਉਹਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਜਿਹੜੀਆਂ ਮੋਰਲ ਵੈਲਿਊਜ਼ ਇੱਧਰੋਂ ਮਿਲਦੀਆਂ ਨੇ, ਮੋਰਲ ਵੈਲਿਊ ਮਿਲਦੀ ਹੈ, ਸਿੱਖਿਆ ਮਿਲਦੀ ਹੈ। ਸਦਾਚਾਰਕ ਗੁਣਾਂ ਦਾ ਵਿਕਾਸ ਛੋਟੀ ਉਮਰ ਵਿੱਚ ਹੀ ਹੋਣਾ ਚਾਹੀਦਾ ਹੈ। ਸਦਾਚਾਰਕ ਗੁਣ ਕਿਹੜੇ ਹੁੰਦੇ ਨੇ? ਚੰਗੇ ਗੁਣ। ਸੋ ਚੰਗੇ ਗੁਣਾਂ ਦਾ ਵਿਕਾਸ ਜਿੰਨੀ ਛੋਟੀ ਉਮਰ ਵਿੱਚ ਹੋਣਾ ਸ਼ੁਰੂ ਹੋ ਜਾਏ ਓਨਾ ਹੀ ਚੰਗਾ ਹੈ। ਪੰਚਤੰਤਰ ਦੀਆਂ ਕਹਾਣੀਆਂ ਮਨੁੱਖਾਂ, ਜਾਨਵਰਾਂ, ਪਸ਼ੂ ਪੰਛੀਆਂ ਦੀ ਜਾਣਕਾਰੀ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਵੀ ਭੰਡਾਰ ਹਨ। ਜਿਹੜੇ ਬੱਚਿਆਂ ਨੂੰ ਪੜ੍ਹਨ ਲਿਖਣ ਵਿੱਚ ਜ਼ਿਆਦਾ ਰੁਚੀ ਹੁੰਦੀ ਹੈ, ਉਹ ਕਿਸੇ ਵੀ ਵਿਸ਼ੇ 'ਤੇ ਝਟਪਟ ਕਹਾਣੀ ਲਿਖ ਲੈਂਦੇ ਹਨ। ਹੁਣ ਇੱਥੇ ਵਿਦਿਆਰਥੀਆਂ ਲਈ ਕੁਝ ਮਹੱਤਵਪੂਰਨ ਕਹਾਣੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਅਭਿਆਸ ਨਾਲ ਉਹ ਕਿਸੇ ਵੀ ਵਿਸ਼ੇ 'ਤੇ ਕਹਾਣੀ ਲਿਖਣ ਦੇ ਯੋਗ ਬਣ ਸਕਦੇ ਹਨ। ਸੋ ਕਹਾਣੀ ਅਗਰ ਤੁਸੀਂ ਸੁਣੀ ਹੋਵੇ ਅਤੇ ਤੁਸੀਂ ਚੰਗੇ ਵਿਦਿਆਰਥੀ ਹੋ, ਤੁਹਾਡੀ ਪੜ੍ਹਨ ਦੀ ਰੁਚੀ ਹੈ, ਤੁਹਾਡਾ ਸ਼ਬਦਾਵਲੀ ਦੇ ਉੱਤੇ, ਸ਼ਬਦਕੋਸ਼ ਦੇ ਉੱਤੇ ਤੁਹਾਡੀ ਚੰਗੀ ਪਕੜ ਹੈ, ਆਪਣੀ ਭਾਸ਼ਾ ਦੇ ਉੱਪਰ ਪ੍ਰਭਾਵਸ਼ਾਲੀ ਲਿਖ ਲੈਂਦੇ ਹੋ ਤੁਸੀਂ, ਅਤੇ ਤੁਸੀਂ ਜਿਹੜੀ ਕਹਾਣੀ ਸੁਣੀ ਹੋਏਗੀ ਉਹਨੂੰ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕਰ ਸਕਦੇ ਹੋ, ਲਿਖ ਸਕਦੇ ਹੋ। ਆਪਾਂ ਅੱਜ ਜਿਹੜੀ ਕਹਾਣੀ ਪੜ੍ਹਨ ਜਾ ਰਹੇ ਹਾਂ ਉਹ ਕਹਾਣੀ ਤੀਸਰੀ ਹੈ ਇਸ ਪੁਸਤਕ ਦੀ, ਸੱਪ ਅਤੇ ਕੇਕੜਾ। ਹੁਣ ਨਾਮ ਤੋਂ ਲੱਗਦਾ ਹੈ ਵੀ ਸੱਪ ਅਤੇ ਕੇਕੜਾ, ਇਹਨਾਂ ਦੋਨਾਂ ਦੀ ਹੀ ਗੱਲ ਚੱਲੇਗੀ। ਕੀ ਹੋਏਗਾ ਇਸ ਕਹਾਣੀ ਦੇ ਵਿੱਚ? ਕੀ ਉਹਨਾਂ ਦੀ ਆਪਸ ਵਿੱਚ ਦੋਸਤੀ ਹੋਏਗੀ, ਦੁਸ਼ਮਣੀ ਹੋਏਗੀ? ਕਿਸ ਚੀਜ਼ ਬਾਰੇ ਹੋਏਗੀ ਇਹ ਕਹਾਣੀ? ਸਾਨੂੰ ਜਗਿਆਸਾ ਇਹਦੇ ਨਾਮ ਤੋਂ ਹੀ ਸ਼ੁਰੂ ਹੋ ਗਈ ਹੈ, ਜਾਣਨ ਦੀ ਇੱਛਾ ਹੈ ਕਿ ਕੀ ਹੈ ਕਹਾਣੀ ਦੇ ਵਿੱਚ। ਸੋ ਆਓ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਕਿ ਕੀ ਹੈ ਇਸ ਕਹਾਣੀ ਦੇ ਵਿੱਚ ਦੱਸਿਆ ਗਿਆ। ਇੱਕ ਵਾਰ ਦੀ ਗੱਲ ਹੈ ਕਿ ਕਿਸੇ ਪਿੰਡ ਵਿੱਚ ਇੱਕ ਪੰਡਤ ਰਹਿੰਦਾ ਸੀ। ਲੋਕ ਉਸ ਨੂੰ ਵਿਆਹ, ਸ਼ਾਦੀਆਂ ਅਤੇ ਹੋਰ ਧਾਰਮਿਕ ਮੌਕਿਆਂ ਉੱਤੇ ਆਪਣੇ ਘਰ ਸੱਦਦੇ ਸਨ। ਇਸ ਤਰ੍ਹਾਂ ਉਸ ਪੰਡਤ ਦਾ ਗੁਜ਼ਾਰਾ ਹੋ ਰਿਹਾ ਸੀ। ਇੱਕ ਵਾਰੀ ਉਸ ਨੂੰ ਕਿਸੇ ਦੇ ਘਰੋਂ ਇੱਕ ਧਾਰਮਿਕ ਮੌਕੇ ਉੱਪਰ ਮੰਤਰ ਪੜ੍ਹਨ ਦਾ ਸੱਦਾ ਆਇਆ। ਆਮ ਤੌਰ 'ਤੇ ਕਹਾਣੀਆਂ ਦੀ ਸ਼ੁਰੂਆਤ ਇੱਦਾਂ ਹੀ ਹੁੰਦੀ ਕਿ ਇੱਕ ਵਾਰੀ ਦੀ ਗੱਲ ਸੀ। ਸੋ ਗੱਲ ਸੀ ਜਾਂ ਗੱਲ ਹੈ, ਗੱਲ ਦੱਸੀ ਜਾਂਦੀ ਹੈ ਕਿ ਟਾਈਮ ਹੋ ਗਿਆ, ਗੱਲ ਲੰਘੀ ਨੂੰ। ਹੋਇਆ ਕੀ ਕਿ ਕਿਸੇ ਪਿੰਡ ਦੇ ਵਿੱਚ ਕੋਈ ਪੰਡਤ ਰਹਿੰਦਾ ਸੀ। ਹੁਣ ਸਾਨੂੰ ਪੰਡਤ ਦਾ ਪਤਾ ਹੈ ਕਿ ਪੰਡਤ ਜਿਹੜੇ ਹੁੰਦੇ ਨੇ ਉਹ ਧਾਰਮਿਕ ਰੋਹ ਰੀਤਾਂ ਕਰਦੇ ਨੇ, ਕਾਰਜ ਕਰਦੇ ਨੇ। ਸੋ ਕੋਈ ਵੀ ਇਸੇ ਧਾਰਮਿਕ ਸਮਾਗਮ ਕਰਾਉਣਾ ਹੋਵੇ ਤਾਂ ਉਹਨਾਂ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨੂੰ ਗਿਆਨ ਜ਼ਿਆਦਾ ਹੁੰਦਾ ਹੈ ਵੇਦਾਂ ਦਾ, ਪੁਰਾਣਾਂ ਦਾ। ਸੋ ਮੰਤਰ ਵਗੈਰਾ ਪੜ੍ਹਨੇ ਹੋਣ ਜਾਂ ਕੋਈ ਵੀ ਪੂਜਾ ਪਾਠ ਕਰਨਾ ਹੋਵੇ, ਸੋ ਉਹਦੇ ਵਿੱਚ ਹਾਜ਼ਰੀ ਜ਼ਰੂਰੀ ਹੁੰਦੀ ਹੈ ਪੰਡਤ ਦੀ, ਤਾਂ ਕਿ ਸ਼ੁੱਧ ਉਚਾਰਨ ਹੋ ਸਕੇ ਮੰਤਰਾਂ ਦਾ, ਔਰ ਸਾਰਾ ਧਾਰਮਿਕ ਸਮਾਗਮ ਹੈ ਜਿਹੜਾ ਉਹ ਚੰਗੇ ਤਰੀਕੇ ਨਾਲ ਸੰਪੂਰਨ ਹੋ ਸਕੇ। ਸੋ ਇੱਥੇ ਜਿਹੜਾ ਇਹ ਪੰਡਤ ਸੀ, ਇਹ ਲੋਕ ਉਹਨੂੰ ਵਿਆਹ ਸ਼ਾਦੀਆਂ ਦੇ ਉੱਤੇ ਸੱਦਦੇ ਸਨ, ਅਤੇ ਹੋਰ ਵੀ ਜੇ ਕੋਈ ਧਾਰਮਿਕ ਕੰਮ ਕਰਨਾ ਹੁੰਦਾ ਸੀ ਉਹਦੇ ਉੱਪਰ ਵੀ ਉਹਨੂੰ ਬੁਲਾਉਂਦੇ ਸਨ। ਸੋ ਜਦੋਂ ਪੰਡਤ ਨੂੰ ਬੁਲਾਉਂਦੇ ਸਨ ਫਿਰ ਉਹਨੂੰ ਕੁਝ ਨਾ ਕੁਝ ਦਕਸ਼ਨਾ ਦਿੰਦੇ ਸਨ
कि ਉਹ ਸਾਡੇ ਘਰੇ ਆਇਆ ਹੈ ਜਾਂ ਸਾਡੇ ਸਮਾਗਮ ਵਿੱਚ ਆਇਆ ਹੈ, ਉਹਨੇ ਸ਼ਿਰਕਤ ਕੀਤੀ ਹੈ। ਸੋ ਇਸ ਲਈ ਉਹਨੂੰ ਕੁਝ ਨਾ ਕੁਝ ਦਕਸ਼ਨਾ ਦਿੰਦੇ ਸਨ, ਦਾਨ ਕਰਦੇ ਸਨ, ਜਿਹਦੇ ਕਰਕੇ ਉਹਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਸੋ ਇੱਕ ਵਾਰੀ ਕੀ ਹੋਇਆ ਕਿ ਉਹਨੂੰ ਕਿਸੇ ਦੇ ਘਰੋਂ ਸੱਦਾ ਆਇਆ ਹੈ ਧਾਰਮਿਕ ਮੌਕੇ ਦੇ ਉੱਤੇ ਮੰਤਰ ਪੜਨ ਦਾ। ਪੰਡਤ ਨਿਰਧਾਰਿਤ ਸਮੇਂ ਤੇ ਘਰੋਂ ਚੱਲ ਪਿਆ। ਉਸ ਦੀ ਮਾਂ ਨੇ ਉਸ ਨੂੰ ਰੋਟੀ ਬੰਨ ਦਿੱਤੀ ਅਤੇ ਨਾਲ ਹੀ ਉਸ ਦੀ ਪੋਟਲੀ ਵਿੱਚ ਇੱਕ ਕੇਕੜਾ ਵੀ ਪਾ ਦਿੱਤਾ। ਹੁਣ ਇਹ ਹੈਰਾਨੀ ਵਾਲੀ ਗੱਲ ਹੈ ਕਿ ਚੱਲਾ ਹੈ ਉਹ ਆਪਣੇ ਘਰੋਂ ਨਿਰਧਾਰਿਤ ਸਮੇਂ ਤੇ ਜਿਹੜਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ ਉਹਦੇ ਉੱਤੇ ਉਹ ਚੱਲਾ ਹੈ, ਆਪਣੇ ਘਰੋਂ ਨਿਕਲਣ ਲੱਗਾ ਹੈ ਤੇ ਮਾਂ ਨੂੰ ਪਤਾ ਹੈ ਕਿ ਰਸਤਾ ਲੰਬਾ ਹੈ ਤੇ ਇਹਨੂੰ ਟਾਈਮ ਲੱਗੇਗਾ ਜਾਂਦਿਆਂ, ਕਿਉਂਕਿ ਪੈਦਲ ਜਾਣਾ ਸੀ ਉਸਨੇ ਔਰ ਰਸਤਾ ਲੰਬਾ ਸੀ। ਸੋ ਮਾਂ ਨੇ ਇੱਕ ਰੋਟੀ ਤੇ ਉਹਨੂੰ ਦਿੱਤੀ ਹੈ ਵੀ ਰਾਹ 'ਚ ਭੁੱਖ ਲੱਗੇਗੀ ਤੇ ਖਾ ਲੇਗਾ, ਨਾਲ ਇੱਕ ਕੇਕੜਾ ਵੀ ਪਾ ਦਿੱਤਾ ਉਹਦੀ ਪੋਟਲੀ ਦੇ ਵਿੱਚ। ਉਦੋਂ ਟਿਫਨ ਨਹੀਂ ਸਨ ਹੁੰਦੇ, ਟਿਫਨ ਸਿਸਟਮ ਨਹੀਂ ਸੀ ਜਦੋਂ ਦੀ ਇਹ ਕਹਾਣੀ ਦੱਸ ਰਹੇ ਨੇ। ਸੋ ਪੋਟਲੀਆਂ ਦੇ ਵਿੱਚ ਹੀ ਰੋਟੀ ਲੈ ਕੇ ਜਾਂਦੇ ਸਨ, ਸਮਾਨ ਆਦਿ ਵੀ ਆਪਣੀ ਪੋਟਲੀ 'ਚ ਹੀ ਬੰਨ੍ਹਦੇ ਸਨ ਲੋਕ। ਸੋ ਮਾਂ ਨੇ ਇੱਕ ਕੇਕੜਾ ਪਾ ਦਿੱਤਾ। ਹੁਣ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਕਿਉਂ ਪਾਇਆ ਕੇਕੜਾ? ਜੇ ਉਹਨੂੰ ਲੜ ਜਾਵੇ ਜਾਂ ਕੁਛ ਨੁਕਸਾਨ ਪਹੁੰਚਾਵੇ ਜਾਂ ਉਹਦੀ ਰੋਟੀ ਖਰਾਬ ਕਰ ਦੇਵੇ ਫਿਰ? ਹੁਣ ਦੇਖਦੇ ਕਿਉਂ ਪਾਇਆ ਮਾਂ ਨੇ ਇਹ ਕੇਕੜਾ। ਉਸ ਪੰਡਤ ਦੀ ਮਾਂ ਨੇ ਆਪਣੀ ਹੱਥੀਂ ਪਾਇਆ ਸੀ। ਪੰਡਤ ਨੇ ਕਿਹਾ ਕਿ ਇਹ ਕੇਕੜਾ ਉਸ ਦੀ ਪੋਟਲੀ ਵਿੱਚ ਕਿਉਂ ਪਾਇਆ ਹੈ? ਤਦ ਮਾਂ ਨੇ ਸਮਝਾਇਆ ਕਿ ਔਖੇ ਵੇਲੇ ਤੇਰੇ ਕੰਮ ਆਵੇਗਾ। ਇਹ ਕੇਕੜਾ ਮੇਰੇ ਕੀ ਕੰਮ ਆਵੇਗਾ? ਪੰਡਤ ਸੋਚਣ ਲੱਗਾ। ਉਸਨੇ ਕੇਕੜਾ ਪੋਟਲੀ ਵਿੱਚੋਂ ਕੱਢ ਕੇ ਬਾਹਰ ਰੱਖ ਦਿੱਤਾ, ਪਰ ਉਸਦੀ ਮਾਂ ਨੇ ਉਸ ਤੋਂ ਛੁਪਾ ਕੇ ਕੇਕੜੇ ਨੂੰ ਫਿਰ ਉਸਦੀ ਪੋਟਲੀ ਵਿੱਚ ਪਾ ਦਿੱਤਾ। ਹੁਣ ਹੋਇਆ ਕੀ ਹੈ, ਮਾਂ ਨੇ ਜਾਣਬੁੱਝ ਕੇ ਆਪਣੇ ਹੱਥਾਂ ਨਾਲ ਉਹਦੀ ਪੋਟਲੀ ਦੇ ਵਿੱਚ ਕੇਕੜਾ ਪਾਇਆ ਸੀ, ਗਲਤੀ ਨਾਲ ਨਹੀਂ ਸੀ ਗਿਆ ਉਹ। ਸੋ ਪੰਡਤ ਨੇ ਪੁੱਛ ਹੀ ਲਿਆ ਆਪਣੀ ਮਾਂ ਨੂੰ ਵੀ ਇਹ ਕਿਉਂ ਪਾਇਆ ਹੈ, ਤੇ ਮਾਂ ਨੇ ਸਮਝਾਇਆ ਹੈ ਕਿ ਤੇਰੇ ਔਖੇ ਸਮੇਂ ਤੇਰੇ ਕੰਮ ਆਏਗਾ, ਤੇਰੇ ਲਈ ਹੈਲਪਫੁਲ ਹੋਏਗਾ। ਸੋਚਣ ਲੱਗ ਗਿਆ ਵੀ ਇਹਨੇ ਮੇਰੀ ਕੀ ਮਦਦ ਕਰਨੀ, ਕੇਕੜਾ ਮੇਰੀ ਕੀ ਮਦਦ ਕਰ ਸਕਦਾ ਹੈ। ਸੋ ਉਹਨੇ ਕੱਢ ਦਿੱਤਾ ਹੈ ਤੇ ਪਰ ਮਾਂ ਨੂੰ ਪਤਾ ਸੀ ਵੀ ਇਹਨੇ ਕੱਢ ਦੇਣਾ ਹੈ। ਉਹਨੇ ਫਿਰ ਚੋਰੀ ਛਿਪੇ ਉਹਦੇ ਤੋਂ ਬਚਾ ਕੇ ਕੇਕੜਾ ਫਿਰ ਉਹਦੀ ਪੋਟਲੀ ਦੇ ਵਿੱਚ ਪਾ ਦਿੱਤਾ ਹੈ। ਕਿਉਂ ਪਾਇਆ ਹੈ, ਕਿਵੇਂ ਕੰਮ ਆਉਂਦਾ ਹੈ, ਕੰਮ ਆਉਂਦਾ ਹੈ ਜਾਂ ਨਹੀਂ ਆਉਂਦਾ ਹੈ, ਉਹ ਲਾਭ ਪਹੁੰਚਾਉਂਦਾ ਹੈ ਜਾਂ ਨੁਕਸਾਨ ਪਹੁੰਚਾਉਂਦਾ ਹੈ, ਅੱਗੇ ਪੜ੍ਹਦੇ ਹਾਂ ਕਹਾਣੀ ਨੂੰ। ਪੰਡਤ ਘਰੋਂ ਚੱਲ ਪਿਆ। ਨਦੀ ਪਾਰ ਕਰਕੇ ਉਹ ਜੰਗਲ ਵਿੱਚੋਂ ਗੁਜ਼ਰ ਰਿਹਾ ਸੀ। ਉਸ ਨੂੰ ਥਕਾਵਟ ਮਹਿਸੂਸ ਹੋਈ। ਉਸ ਨੇ ਇੱਕ ਰੁੱਖ ਥੱਲੇ ਬੈਠ ਕੇ ਰੋਟੀ ਖਾਧੀ ਅਤੇ ਉਸ ਨੂੰ ਨੀਂਦ ਆ ਗਈ। ਇੰਨੇ ਨੂੰ ਰੁੱਖ ਦੀਆਂ ਜੜ੍ਹਾਂ ਵਿੱਚੋਂ ਇੱਕ ਸੱਪ ਨਿਕਲਿਆ ਅਤੇ ਪੰਡਤ ਨੂੰ ਡੰਗਣ ਲੱਗਾ ਹੀ ਸੀ ਕਿ ਕੇਕੜੇ ਨੇ ਉਸ ਸੱਪ ਨੂੰ ਆਪਣੇ ਮੂੰਹ ਵਿੱਚ ਫੜ ਲਿਆ ਤੇ ਤਦ ਤੱਕ ਨਹੀਂ ਛੱਡਿਆ ਜਦ ਤੱਕ ਕਿ ਉਹ ਸੱਪ ਮਰ ਨਹੀਂ ਗਿਆ। ਕੁਝ ਦੇਰ ਬਾਅਦ ਪੰਡਤ ਦੀ ਅੱਖ ਖੁੱਲੀ। ਉਸਨੇ ਆਪਣੇ ਕੋਲ ਮਰੇ ਹੋਏ ਸੱਪ ਨੂੰ ਵੇਖਿਆ। ਕੋਲ ਹੀ ਕੇਕੜਾ ਵੀ ਮਰਿਆ ਪਿਆ ਸੀ। ਉਸ ਨੂੰ ਸਾਰੀ ਗੱਲ ਸਮਝ ਆ ਗਈ। ਮਾਂ ਨੇ ਕੇਕੜਾ ਪੋਟਲੀ ਵਿੱਚ ਪਾ ਦਿੱਤਾ ਹੋਵੇਗਾ ਤੇ ਇਸ ਕੇਕੜੇ ਨੇ ਹੁਣ ਸੱਪ ਕੋਲੋਂ ਮੇਰੀ ਜਾਨ ਬਚਾਈ ਹੈ। ਉਸ ਦੇ ਮਨ ਵਿੱਚ ਵਿਚਾਰ ਆਇਆ, ਮੈਂ ਇਹ ਕੇਕੜਾ ਪੋਟਲੀ ਵਿੱਚੋਂ ਕੱਢ ਦਿੱਤਾ ਸੀ। ਜੇ ਮਾਂ ਨੇ ਇਹ ਕੇਕੜਾ ਦੁਬਾਰਾ ਪੋਟਲੀ ਵਿੱਚ ਨਾ ਪਾਇਆ ਹੁੰਦਾ ਤਾਂ ਅੱਜ ਮੇਰੀ ਮੌਤ ਨਿਸ਼ਚਿਤ ਸੀ। ਉਸਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਉਹ ਆਪਣੇ ਵੱਡਿਆਂ ਦਾ ਕਿਹਾ ਕਦੇ ਨਹੀਂ ਟਾਲੇਗਾ। ਸੋ ਜਦੋਂ ਘਰੋਂ ਚੱਲਿਆ ਹੈ ਪੰਡਤ, ਨਦੀ ਨੂੰ ਪਾਰ ਕੀਤਾ ਤੇ ਜੰਗਲ ਦੇ ਵਿੱਚੋਂ ਦੀ ਲੰਘ ਰਿਹਾ, ਕਿਉਂਕਿ ਰਸਤਾ ਲੰਬਾ ਸੀ। ਥੱਕ ਗਿਆ ਇੰਨਾ ਸਫ਼ਰ ਕਰਦਾ, ਬੈਠ ਗਿਆ ਇੱਕ ਰੁੱਖ ਦੇ ਹੇਠਾਂ। ਉਹ ਰੋਟੀ ਖਾਧੀ। ਤੁਸੀਂ ਆਮ ਵੇਖੋ ਕਿ ਰੋਟੀ ਖਾਓਗੇ ਤੇ ਤੁਹਾਨੂੰ ਸੁਸਤੀ ਪੈਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹ ਵੀ ਸੁਸਤਾਉਣ ਲੱਗ ਗਿਆ, ਨੀਂਦ ਆਉਣ ਲੱਗ ਗਈ ਤੇ ਉੱਥੇ ਹੀ ਰੁੱਖ ਦੇ ਥੱਲੇ ਲੰਮੇ ਪੈ ਗਿਆ, ਕਿਉਂਕਿ ਥੱਕਿਆ ਸੀਗਾ ਔਰ ਦੂਜਾ ਉਹਨੇ ਖਾਣਾ ਖਾ ਲਿਆ ਸੀ। ਜਦੋਂ ਸੁੱਤਾ ਹੈ ਤੇ ਉਸੇ ਰੁੱਖ ਦੇ ਹੇਠਾਂ ਹੀ ਖੁੱਡ ਜੀ ਦੇ ਵਿੱਚੋਂ ਸੱਪ ਨਿਕਲਿਆ ਹੈ ਤੇ ਉਹਨੂੰ ਡੰਗ ਮਾਰਨ ਲੱਗਾ। ਸੋ ਕੇਕੜੇ ਨੇ ਉਸ ਸੱਪ ਨੂੰ ਫੜ ਲਿਆ ਮੂੰਹ ਦੇ ਵਿੱਚ, ਛੱਡਿਆ ਨਹੀਂ ਉਹਨੂੰ ਜਦੋਂ ਤੱਕ ਉਹ ਸੱਪ ਨਹੀਂ ਮਰ ਗਿਆ। ਸੋ ਸੱਪ ਦੇ ਵਿੱਚ ਜਦੋਂ ਉਹਦੇ ਦੰਦ ਸਨ ਤੇ ਉਹ ਜ਼ਹਿਰ ਕੇਕੜੇ ਦੇ ਅੰਦਰ ਵੀ ਜਾ ਰਿਹਾ ਸੀ। ਸੋ ਕੇਕੜਾ ਵੀ ਮਰ ਗਿਆ, ਸੱਪ ਵੀ ਮਰ ਗਿਆ। ਫਿਰ ਹੋਇਆ ਕਿ ਜਦੋਂ ਜਾਗ ਖੁੱਲੀ ਹੈ ਪੰਡਤ ਦੀ ਤੇ ਪੰਡਤ ਨੇ ਦੇਖਿਆ ਕਿ ਉਹਦੇ ਕੋਲ ਸੱਪ ਮਰਿਆ ਪਿਆ, ਕੇਕੜਾ ਵੀ ਮਰਿਆ ਪਿਆ। ਫਿਰ ਸੋਚਣ ਲੱਗਿਆ ਕਿ ਮੈਂ ਤੇ ਕੱਢ ਦਿੱਤਾ ਸੀ, ਹੋ ਸਕਦਾ ਮੇਰੀ ਮਾਂ ਨੇ ਉਹੀ ਕੇਕੜਾ ਹੈ ਜਿਹਨੂੰ ਦੁਬਾਰਾ ਪਾ ਦਿੱਤਾ ਹੋਏਗਾ ਮੇਰੀ ਪੋਟਲੀ ਦੇ ਵਿੱਚ। ਤੇ ਜੇਕਰ ਇਹ ਅੱਜ ਨਾ ਹੁੰਦਾ, ਜਿਵੇਂ ਮੈਂ ਕੱਢ ਆਇਆ ਸਾਂ, ਮੇਰੀ ਮਾਂ ਨੇ ਦੁਬਾਰਾ ਨਾ ਪਾਇਆ ਹੁੰਦਾ ਤੇ ਅੱਜ ਫਿਰ ਮੈਂ ਮਾਰੀ ਜਾਣਾ ਸੀ, ਕਿਉਂਕਿ ਇਸ ਸੱਪ ਨੇ ਤੇ ਮੈਨੂੰ ਮਾਰ ਦੇਣਾ ਸੀ। ਮੈਨੂੰ ਸੁੱਤੇ ਪਏ ਨੂੰ ਕੀ ਪਤਾ ਲੱਗਣਾ ਸੀ, ਮੇਰੀ ਤੇ ਫਿਰ ਮੌਤ ਨਿਸ਼ਚਿਤ ਸੀਗੀ ਅੱਜ। ਸੋ ਇਸ ਤਰੀਕੇ ਨਾਲ ਸੋ ਉਹ ਕਹਿੰਦਾ ਕਿ ਮੇਰੀ ਤੇ ਫਿਰ ਅੱਜ ਸਮਾਪਤ ਹੋ ਜਾਣੀ ਸੀ ਕਹਾਣੀ ਜੀਵਨ ਦੀ। ਫਿਰ ਸੋਚਦਾ ਏ ਕਿ ਮੈਂ ਐਵੇਂ ਆਪਣੀ ਮਾਂ ਨੂੰ ਟਾਲ ਰਿਹਾ ਸਾਂ, ਮਾਂ ਸਿਆਣੀ ਹੈ, ਸੋ ਮੈਨੂੰ ਅੱਗੇ ਤੋਂ ਇਦਾਂ ਨਹੀਂ ਕਰਨਾ ਚਾਹੀਦਾ। ਔਰ ਪ੍ਰਣ ਕਰਦਾ, ਆਪਣੇ ਆਪ ਨਾਲ ਵਾਅਦਾ ਕਰਦਾ ਹੈ ਕਿ ਮੈਂ ਹੁਣ ਅੱਗੇ ਤੋਂ ਆਪਣੇ ਤੋਂ ਵੱਡਿਆਂ ਦੀ ਗੱਲ ਕਦੇ ਨਹੀਂ ਟਾਲਾਂਗਾ, ਕਿਉਂਕਿ ਵੱਡੇ
ਉਮਰ ਦੇ ਵਿੱਚ ਸਿਆਣੇ ਹੁੰਦੇ ਨੇ। ਸੋ ਜਿਹੜੀ ਚੀਜ਼ ਸੋਚਦੇ ਨੇ ਸਮਝਦੇ ਨੇ ਉਹ ਸਾਡੇ ਚੰਗੇ ਵਾਸਤੇ ਹੀ, ਸਾਡੀ ਭਲਾਈ ਵਾਸਤੇ ਹੀ ਸੋਚਦੇ ਨੇ। ਸੋ ਅਸੀਂ ਉਹਨਾਂ ਨੂੰ ਅੱਗੋਂ ਆਰਗੂਮੈਂਟ ਨਾ ਕਰੀਏ, ਉਹਨਾਂ ਦੀ ਗੱਲ ਮੰਨੀਏ, ਸਿਰ ਮੱਥੇ ਮੰਨੀਏ, ਜਿਵੇਂ ਉਹ ਕਹਿੰਦੇ ਹਨ ਉਵੇਂ ਹੀ ਉਹਨਾਂ ਦੇ ਆਖੇ ਲੱਗੀਏ, ਇਹੀ ਸਾਡੇ ਲਈ ਚੰਗਾ ਹੈ। ਸੋ ਇਸ ਕਹਾਣੀ ਤੋਂ ਸਿੱਖਿਆ ਕਿ ਮਿਲਦੀ ਹੈ ਕਿ ਸਾਨੂੰ ਵੱਡਿਆਂ ਦੀ ਗੱਲ ਹਮੇਸ਼ਾ ਸਿਰ ਮੱਥੇ ਮੰਨ ਲੈਣੀ ਚਾਹੀਦੀ ਹੈ। ਇਹ ਸੀ ਅੱਜ ਦੀ ਕਹਾਣੀ। ਆਸ ਕਰਦੀ ਹਾਂ ਚੰਗੀ ਲੱਗੀ ਹੋਏਗੀ। ਇਹਨੂੰ ਪੜ੍ਹੋਗੇ, ਸਮਝੋਗੇ ਔਰ ਫਿਰ ਖੁਦ ਲਿਖਣ ਦੀ ਕੋਸ਼ਿਸ਼ ਕਰੋਗੇ। ਸੋ ਆਪਾਂ ਫਿਰ ਕੱਲ ਮਿਲਦੇ ਹਾਂ। ਧੰਨਵਾਦ।